एक ओंकार सतगुर प्रसाद सोरठा महला नौमा। प्राणी कौन उपाव करे, जाते भगत राम की पावै। जम को त्रास हरै रहाओ, कौन कर्म विद्या कहो कैसी। धर्म कौन फुन करई, कौन नाम गुर जा कै सिमरै। भव सागर को तरई, कल मैं एक नाम कृपा निध। जाहि जपै गत पावै, और धर्म ताकै समनाहन। एह विद वेद बतावै, सुख दुख रहत सदा निरलिपि। जाको कहत गुसाई, सो तुम ही माहे बसै निरंतर। नानक दर्पण न्यायी, सुख दुख रहत सदा निरलिपि। जाको कहत गुसाई, सो तुम ही महे बसै निरंतर। नानक दर्पण न्यायी। चवर छत्र तख्त दे मालक, परम कृपालु रहबर धन धन साहिब श्री गुरु ग्रंथ साहिब जी महाराज, जिन्हां दी पावन पवित्र निकी गोद अंदर आप समूह संगतां संधियां दे दीवाना अंदर जुड़ बैठियां हो। चल रही लड़ीवार विचार पावन पवित्र बाणी धन धन गुरु तेग बहादुर पातशाह जी के मुखारबिंद तो प्रगट हुई, जो कि आप जी ने मंगलाचरण के रूप में सरवण की है। सो आओ गुरु प्यारी साध संगत जी, कुछ समय वास्ते मन बिरतियां एकाग्र करके गुरबाणी विचार के नाल सांझ पाइए, रसना पवित्र करो जी। वाहिगुरू जी का खालसा, वाहिगुरू जी की फतेह। अज दे इस पावन पवित्र शब्द के अंदर गुरुदेव सतगुरु नौवें पातशाह जी जो सानू उपदेश बख्शिश करते, मेरे पातशाह जी रहाऊ के बंद विच वचन करते ने, प्राणी कौन उपाव करै, जाते भगत राम की पावै। जम को त्रास हरै रहाओ। मनुख जिहड़ा संसार दे विच आया है, ज्ञान की सोझी ना होने करके मनुख नूं इस गल की बड़ी चिंता लगी हुई है। वो बार बार ये सोचता भी वो किहड़ा उपाव है, वो किहड़ा यतन है जिन्हों मैं करा अपनी जिंदगी दे विच निता प्रति। जाते भगत राम की पावै, जम को त्रास हरै। इत्थे सवाल किए जा रहे हैं। जिहड़ा जिज्ञासु है वो सवाल कर रहा भी इदां दी किहड़ी वो भगती है, इदां दा वो किहड़ा उपाव है, इदां दा किहड़ा यतन है, किस विध तरीके दे नाल मैं परमात्मा की भगती प्राप्त कर सकदा। हुण जिहड़ा मनुख ज्ञान तो बहूना है, जिन्हों सोझी नहीं, वो निता प्रति जिन्नी को उन्होंने सोझी हुंदी है, जिन्ना को उन्होंने ज्ञान हुंदा, मनुख कर्म ते करदा है। पर पातशाह कहते ने, कर्म धर्म पाखंड जो दिसै, ते जम जगाती लूटै। पातशाह कहते ने वो कर्म जिहड़े ने, जिहड़े कांड बन चुके ने, धर्म का एक हिस्सा ने कांड बन चुके ने, उन्होंने पखंड का रूप ले लिया है। तो पातशाह कहते उन्होंने तो प्राप्त कुछ नहीं होना, उल्टे जमा ने लुट लेना है।
ਜੇਕਰ ਕੁਝ ਕਰਨਾ ਹੈ ਸੰਸਾਰ ਦੇ ਵਿੱਚ ਤੇ ਕੀ ਕੀਤਾ ਜਾਵੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਇਹ ਜਿਹੜੀ ਵਡਿਆਈ ਹੈ, ਜਿਹੜੀ ਸ਼ੋਭਾ ਹੈ ਨਿਰਵਾਣ ਕੀਰਤਨ ਦੀ, ਸਤਿਗੁਰੂ ਪਾਤਸ਼ਾਹ ਕਹਿੰਦੇ ਇਹਦੇ ਨਾਲ ਤੇਰਾ ਨਿਮਖ ਮਾਤਰ ਸਮੇਂ ਦੇ ਵਿੱਚ ਤੇਰਾ ਛੁਟਕਾਰਾ ਹੋ ਸਕਦਾ ਹੈ। ਜਿਸ ਤਰ੍ਹਾਂ ਜਿਸ ਮਨੁੱਖ ਨੂੰ ਸੋਝੀ ਨਹੀਂ ਤੇ ਪਾਤਸ਼ਾਹ ਬਚਨ ਕਰਦੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਪੁਯੰਗਮ ਸਾਧੇ, ਪੰਜ ਜਨਾਂ ਸੋਂ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਮਨੁੱਖ ਤਾਂ ਪੰਜ ਵਿਕਾਰਾਂ ਦੇ ਨਾਲ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਨੇ ਨਾ, ਇਹਨਾਂ ਤੋਂ ਛੁਟਕਾਰਾ ਤੇ ਹੁੰਦਾ ਨਹੀਂ। ਇਹਨਾਂ ਤੋਂ ਛੁਟਕਾਰਾ ਮਨੁੱਖ ਦਾ ਹੁੰਦਾ ਨਹੀਂ। ਮਨੁੱਖ ਧਾਰਮਿਕ ਗ੍ਰੰਥ ਜਿਹੜੇ ਨੇ, ਵੇਦ ਇਤਿਆਦਿ ਨੇ, ਧਾਰਮਿਕ ਪੁਸਤਕਾਂ ਨੇ, ਉਹਨਾਂ ਦਾ ਅਧਿਐਨ ਕਰਦਾ, ਉਹਨਾਂ ਨੂੰ ਪੜ੍ਹਦਾ ਹੈ। ਹੁਣ ਮਾਫ਼ ਕਰਨਾ ਸਾਧ ਸੰਗਤ ਜੀ, ਜੇਕਰ ਧਾਰਮਿਕ ਗ੍ਰੰਥ ਪੜ੍ਹ ਕੇ, ਧਾਰਮਿਕ ਪੋਥੀਆਂ ਪੜ੍ਹ ਕੇ ਜੇਕਰ ਅਹੰਕਾਰ ਹੀ ਪੈਦਾ ਹੋ ਜਾਵੇ, ਮਨੁੱਖ ਆਪਣੇ ਆਪ ਨੂੰ ਅਹੰਕਾਰ ਦੇ ਵਿੱਚ, ਅਭਿਮਾਨ ਦੇ ਵਿੱਚ ਹੀ ਦੱਬ ਲਵੇ, ਤੇ ਪਾਤਸ਼ਾਹ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਐ ਜਿਤ ਲਭ ਲੋਭ ਅਹੰਕਾਰ। ਉਹ ਫਿਰ ਉਹ ਪੜ੍ਹਿਆ ਕੋਈ ਗੁਲਬਾਨ ਮਨੁੱਖ ਨਹੀਂ ਹੋ ਸਕਦਾ, ਉਹ ਤੇ ਅਹੰਕਾਰ ਹੀ ਇਕੱਠਾ ਕਰੀ ਫਿਰਦਾ, ਅਹੰਕਾਰ ਦੀਆਂ ਪੋਥੀਆਂ ਲਈ ਫਿਰਦਾ ਆਪਣੇ ਨਾਲ। ਤੇ ਇਸ ਤਰ੍ਹਾਂ ਗਿਆਨ ਵਿਹੂਣੇ ਹੋ ਕੇ ਮਨੁੱਖ ਜਦੋਂ ਕਰਮ ਕਰਦਾ ਨਾ, ਤੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਕਰਮਾਂ ਦੇ ਕੀ ਸਿੱਟੇ ਨਿਕਲਦੇ ਨੇ, ਬੜੇ ਉਹ ਭਿਆਨਕ ਹੁੰਦੇ ਨੇ। ਮਨੁੱਖ ਕਰਮਾਂ ਦੇ ਨਾਲ ਨਾਲ ਆਪਣੀ ਮੈਲ ਲਾਉਣ ਦੀ ਬਜਾਏ ਹੋਰ ਮੈਲ ਜਿਹੜੀ ਹੈ ਉਹ ਤਨ ਦੇ ਉੱਤੇ ਚੜਾਈ ਜਾਂਦਾ ਹੈ। ਤੇ ਇੱਥੇ ਸਵਾਲ ਜਿਹੜਾ ਪਹਿਲਾ ਖੜਾ ਹੋ ਗਿਆ ਉਹ ਇਹ ਸਵਾਲ ਹੈ, ਪ੍ਰਾਨੀ ਕੌਣ ਉਪਾਉ ਕਰੈ, ਜਾਂ ਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ ਰਹਾਉ। ਵੀ ਜਮਾਂ ਦੀ ਜਿਹੜੀ ਤਰਾਸ ਹੈ, ਜਿਹੜਾ ਜਮਾਂ ਦਾ ਡਰ ਹੈ, ਇੱਥੇ ਜਮਾਂ ਦੀ ਗੱਲ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਮੌਤ ਦਾ ਡਰ ਹਰ ਸਮੇਂ ਜਿਹੜਾ ਸਤਾਉਂਦਾ ਹੈ। ਪਾਤਸ਼ਾਹ ਇਹਨਾਂ ਦੀ ਗੱਲ ਕਰਦੇ ਨੇ ਵੀ ਇਹਨਾਂ ਦਾ ਡਰ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ। ਕੌਣ ਕਰਮ ਵਿਦਿਆ ਕਹੁ ਕੈਸੀ, ਧਰਮ ਕੌਣ ਫੁਨ ਕਰੀ। ਕਹਿੰਦੇ ਕੌਣ ਕਰਮ, ਉਹ ਇੱਦਾਂ ਦਾ ਕਿਹੜਾ ਕਰਮ ਹੈ। ਪਿੱਛੇ ਅਸੀਂ ਗੱਲ ਕੀਤੀ ਵੀ ਕਰਮ ਧਰਮ ਪਾਖੰਡ ਜੋ ਦਿਸੈ, ਵੀ ਇੱਕ ਤੇ ਪਖੰਡਵਾਦ ਦੇ ਵਿੱਚ ਚਲਿਆ ਗਿਆ। ਇੱਕ ਕਰਮ ਇੱਦਾਂ ਦੇ ਕੀਤੇ ਜਿਨ੍ਹਾਂ ਦੇ ਨਾਲ ਮਨੁੱਖ ਪੰਜ ਵਿਕਾਰਾਂ ਤੋਂ ਮੁਕਤੀ ਪਾਉਣ ਦੀ ਬਜਾਏ ਹੋਰ ਮੈਲ ਦੇ ਵਿੱਚ ਚਲਿਆ ਗਿਆ, ਵਿਕਾਰ ਹੋਰ ਵੱਧਦੇ ਗਏ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾਸੋ ਸੰਗ ਨਾ ਛੁਟਕਿਓ। ਵੀ ਪੰਜਾਂ ਤੋਂ ਸੰਗ ਛੁਟਕਿਆ ਨਹੀਂ, ਇਹ ਵੱਧਦੇ ਗਏ ਹੋਰ ਜ਼ਿਆਦਾ। ਤੇ ਪਾਤਸ਼ਾਹ ਕਹਿੰਦੇ ਨੇ ਇੱਦਾਂ ਦਾ ਕਿਹੜਾ ਕਰਮ ਹੈ ਜਿਹਨੂੰ ਕੀਤਾ ਜਾਵੇ। ਕੌਣ ਕਰਮ ਵਿਦਿਆ ਕਹੋ ਕੈਸੀ, ਇੱਦਾਂ ਦੀ ਕਿਹੜੀ ਵਿਦਿਆ ਹੈ, ਇੱਦਾਂ ਦਾ ਕਿਹੜਾ ਗਿਆਨ ਹੈ ਜਿਹਨੂੰ ਮੈਂ ਹਾਸਲ ਕਰਾਂ, ਜਿਹਦੀ ਮੈਨੂੰ ਸੋਝੀ ਹੋਵੇ। ਧਰਮ ਕੌਣ ਫੁਨ ਕਰੀ, ਧਰਮ ਦਾ ਆਖਰੀ ਅਰਥ ਹੈ ਕਰਤੱਵ। ਇੱਦਾਂ ਦੇ ਕਿਹੜੇ ਕਰਤੱਵ ਨੇ, ਇੱਦਾਂ ਦੀਆਂ ਕਿਹੜੀਆਂ ਜ਼ਿੰਮੇਦਾਰੀਆਂ ਨੇ ਜਿਹੜੀਆਂ ਮੈਂ ਨਿਭਾਵਾਂ। ਇੱਥੇ ਮਨੁੱਖ ਨਾ ਆਪਣੇ ਆਪ ਨੂੰ ਸਚਿਆਰਤਾ ਦੇ ਮਾਰਗ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰਵਿਰਤੀ ਕਰਮ। ਜਿਹੜੇ ਉਹ ਕਰਮ ਜਿਹੜੇ ਧਰਮ ਤੋਂ ਪ੍ਰੇਰਿਤ ਹੁੰਦੇ ਨੇ, ਜਿਹੜਾ ਸਾਡੇ ਜਿਸ ਵਿੱਚ ਸਾਡਾ ਨਾ ਰੁਝਾਨ ਧਰਮ ਵੱਲ ਵੱਧਦਾ ਹੈ। ਜਿਸ ਵੇਲੇ ਲਾਮ ਬਾਣੀ ਦਾ ਜਾਪ ਕਰਦੇ ਆ ਨਾ, ਹਰ ਪੈਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਉੱਥੇ ਪਹਿਲੀ ਲਾਮ ਦੇ ਵਿੱਚ ਵੀ ਗੁਰੂ ਰਾਮਦਾਸ ਪਾਤਸ਼ਾਹ ਇਹ ਉਪਦੇਸ਼ ਕਰਦੇ ਨੇ ਵੀ ਇਸ ਪਹਿਲੀ ਲਾਮ ਦੇ ਵਿੱਚ ਸਾਨੂੰ ਕੀ ਉਪਦੇਸ਼ ਮਿਲਿਆ। ਇੱਥੇ ਅਸੀਂ ਇਹ ਸੰਕਲਪ ਕੀਤਾ। ਹੁਣ ਮਾਫ਼ ਕਰਨਾ ਸਾਧ ਸੰਗਤ ਜੀ, ਹੈ ਤੇ ਗੁਰੂ ਪਾਤਸ਼ਾਹ ਜੀ ਦੇ ਚਾਰ ਛਪੇਰੇ, ਇੱਕ ਪ੍ਰਕਰਮਾ, ਇੱਕ ਫੇਰਾ। ਕਈ ਲੋਕ ਸੰਸਾਰ ਵਿੱਚ ਇੱਥੇ ਆਉਂਦੇ ਨੇ ਜਿਹੜੇ ਸਿਰਫ ਤੇ ਸਿਰਫ ਇਹਨੂੰ ਇੱਕ ਚੱਕਰ ਤੇ ਇੱਕ ਫੇਰਾ ਹੀ ਸਮਝਦੇ ਨੇ। ਉਹ ਕਹਿੰਦੇ ਵੀ ਚਾਰ ਫੇਰੇ ਲਏ ਤੇ ਅਸੀਂ ਪਤੀ ਪਤਨੀ ਬਣ ਗਏ, ਕੋਰਟ ਮੈਰਿਜ ਕਰਾਈ, ਬਸ ਇੰਨਾ ਕੰਮ ਹੋ ਗਿਆ। ਪਰ ਪਹਿਲਾ ਫੇਰਾ ਲੈਣ ਦੇ ਨਾਲ ਤੁਸੀਂ ਕਿਹੜਾ ਇੱਦਾਂ ਦਾ ਕਰਮ ਹੈ, ਇੱਦਾਂ ਦੇ ਕਿਹੜੇ ਪ੍ਰਵਿਰਤੀ ਕਰਮ ਨੇ ਜਿਨ੍ਹਾਂ ਦੇ ਨਾਲ ਤੁਸੀਂ ਜੁੜਨਾ, ਜਿਨ੍ਹਾਂ ਵੱਲ ਤੁਸੀਂ ਵਧਣਾ ਹੈ।
ਇੱਥੇ ਮਨੁੱਖ ਜ਼ਿੰਮੇਦਾਰ ਹੋਣ ਦੀ ਗੱਲ ਕਰ ਰਿਹਾ, ਸੱਚਿਆਰਤਾ ਦੇ ਮਾਰਗ ਵੱਲ ਚੱਲ ਰਿਹਾ। ਇੱਥੇ ਬੁਰਾਈਆਂ ਛੱਡਣ ਦੀ ਗੱਲ ਕੀਤੀ ਜਾਂਦੀ ਵੀ ਪਹਿਲਾ ਫੇਰਾ ਲਿਆ ਨਾ, ਅੱਜ ਤੋਂ ਬੁਰਾਈਆਂ ਛੱਡ ਦਿੱਤੀਆਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤਿਆਗ ਦਿੱਤਾ। ਅੱਜ ਤੋਂ ਸੱਤ ਸੰਤੋਖ ਦਇਆ ਧਰਮ ਤੇ ਧੀਰਜ, ਇਹ ਰੱਬੀ ਗੁਣ ਜਿਹੜੇ ਨੇ ਨਾ, ਇਹਨਾਂ ਨੂੰ ਆਪਣੇ ਹਿਰਦੇ 'ਚ ਵਸਾਉਣ ਦਾ ਮੈਂ ਸੰਕਲਪ ਲੈਣਾ, ਇਹ ਮੈਂ ਵਾਅਦਾ ਕਰਦਾ, ਇਹ ਮੈਂ ਪ੍ਰਣ ਕਰਦਾ। ਤੇ ਪਾਤਸ਼ਾਹ ਕਹਿੰਦੇ ਉਹ ਕਿਹੜਾ ਕਰਮ ਹੈ, ਕਿਹੜੀ ਇੱਦਾਂ ਦੀ ਵਿਦਿਆ ਹੈ, ਤੇ ਧਰਮ ਉਹ ਕਿਹੜਾ ਹੈ, ਧਰਮ ਕੌਣ ਫੁਨ ਕਰੀ, ਵੀ ਕਿਹੜੀਆਂ ਇੱਦਾਂ ਦੀਆਂ ਜ਼ਿੰਮੇਦਾਰੀਆਂ ਨੇ, ਕਰਤੱਵ ਨੇ, ਜਿਨ੍ਹਾਂ ਨੂੰ ਨਿਭਾਉਣ ਦੇ ਨਾਲ ਮੈਂ ਪਰਮਾਤਮਾ ਦੇ ਨੇੜੇ ਹੋ ਸਕਾਂ। ਅੱਗੇ ਫਿਰ ਗੱਲ ਕੀਤੀ ਜਿਹ 'ਚ ਪਾਤਸ਼ਾਹ ਕਹਿੰਦੇ ਕੌਣ ਨਾਮ ਗੁਰ ਜਾਂ ਕੈ ਸਿਮਰੈ ਭਵ ਸਾਗਰ ਕੋ ਤਰਈ, ਇੱਦਾਂ ਦਾ ਕਿਹੜਾ ਗੁਰੂ ਦਾ ਨਾਮ ਹੈ ਜਿਹਨੂੰ ਮੈਂ ਜਪਾਂ ਤੇ ਮੈਂ ਭਵ ਸਾਗਰ ਤੋਂ ਪਾਰ ਹੋ ਜਾਵਾਂ। ਹਲੇ ਤੱਕ ਮਾਫ਼ ਕਰਨਾ ਸਾਧ ਸੰਗਤ ਜੀ, ਜਿਗਿਆਸੂ ਨਾ ਸਵਾਲ ਤੇ ਸਵਾਲ ਕਰਦਾ ਜਾ ਰਿਹਾ ਹੈ। ਇੱਕ ਸਵਾਲ ਤੋਂ ਅੱਗੇ ਦੂਜਾ ਸਵਾਲ, ਉਹਨੇ ਕਈ ਸਵਾਲ ਇੱਥੇ ਖੜੇ ਕਰ ਦਿੱਤੇ ਨੇ ਜਿਨ੍ਹਾਂ ਦੇ ਉਹ ਜਵਾਬ ਲੱਭ ਰਿਹਾ ਹੈ, ਜਿਨ੍ਹਾਂ ਦੇ ਉਹਨੂੰ ਉੱਤਰ ਚਾਹੀਦੇ ਨੇ। ਹੁਣ ਮੇਨ ਇੱਥੇ ਗੱਲ ਜਿਹੜੀ ਖੜੀ ਹੁੰਦੀ, ਕਹਿੰਦਾ ਵੀ ਭਵ ਸਾਗਰ ਤੋਂ ਮੈਂ ਪਾਰ ਉਤਾਰਾ ਕਰਨਾ ਹੈ, ਤੇ ਉਹਦੇ ਲਈ ਮੈਨੂੰ ਕੀ ਯਤਨ ਕਰਨਾ ਪਵੇਗਾ, ਕਿਹੜਾ ਕਰਮ ਕਰਨਾ ਪਵੇਗਾ, ਕਿਹੜੀ ਵਿਦਿਆ ਦਾ ਗਿਆਨ ਹਾਸਲ ਕਰਨਾ ਪਵੇਗਾ, ਕਿਹੜੇ ਕਰਤੱਵ ਨਿਭਾਉਣੇ ਪੈਣਗੇ ਵੀ ਮੇਰਾ ਛੁਟਕਾਰਾ ਹੋ ਜਾਵੇ। ਕਿਸ ਗੁਰੂ ਦਾ ਨਾਮ ਜਪਿਆ ਮੈਂ ਭਵ ਸਾਗਰ ਤੋਂ ਪਾਰ ਹੋ ਸਕਦਾ। ਹੁਣ ਮਾਫ਼ ਕਰਨਾ ਸਾਧ ਸੰਗਤ ਜੀ, ਜਿਸ ਵੇਲੇ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਸਿੱਧਾਂ ਦੇ ਕੋਲ ਪਹੁੰਚੇ ਨਾ, ਸਿੱਧਾਂ ਦੇ ਨਾਲ ਵਿਚਾਰ ਚਰਚਾ ਕੀਤੀ, ਸਿੱਧਾਂ ਦੇ ਨਾਲ ਵਿਚਾਰ ਚਰਚਾ ਕੀਤੀ, ਤੇ ਉੱਥੇ ਉਹਨਾਂ ਬੜੇ ਸਵਾਲ ਕੀਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ। ਉਹ ਕਹਿਣ ਲੱਗੇ ਵੀ ਅਸੀਂ ਕਿਸ ਤਰ੍ਹਾਂ ਮੰਨ ਲਈਏ ਵੀ ਤੂੰ ਗਿਆਨਵਾਨ ਮਨੁੱਖ ਹੈ, ਤੈਨੂੰ ਬੜੀ ਸੋਝੀ ਹੈ, ਕਿੱਦਾਂ ਮੰਨ ਲਈਏ ਅਸੀਂ, ਤੇਰਾ ਜਿਹੜਾ ਭੈ ਹੈ ਉਹ ਅਸੀਂ ਕਿੱਦਾਂ ਸਵੀਕਾਰ ਕਰ ਲਈਏ, ਕਿਉਂਕਿ ਸਾਡੀਆਂ ਤੇ ਉਮਰਾਂ ਬਹੁਤ ਵਡੇਰੀਆਂ ਉਮਰਾਂ ਨੇ, ਲੰਮੇਰੇ ਸਮਾਂ ਬੀਤ ਗਿਆ, ਸਾਨੂੰ ਪਹਾੜਾਂ ਦੀਆਂ ਗੁਫਾਵਾਂ ਕੰਦਰਾਂ ਵਿੱਚ ਬੈਠਿਆਂ ਇੱਥੇ ਅਸੀਂ ਬੜੀਆਂ ਉਮਰਾਂ ਬਤੀਤ ਕੀਤੀਆਂ ਨੇ, ਤੇ ਤੂੰ ਛੋਟੀ ਜਿਹੀ ਉਮਰ ਦਾ ਇੱਥੇ ਇਸੇ ਕਰਕੇ ਤੇ ਨਾਮ ਲੈਂਦੇ ਨੇ। ਉਹ ਕਹਿੰਦੇ ਵੀ ਉਦੋਂ ਬਾਲੜਾ ਕਹਿ ਕੇ ਸੰਬੋਧਨ ਕਰਦੇ ਨੇ ਵੀ ਤੂੰ ਤੇ ਬੱਚਾ ਹੈ ਸਾਡੇ ਸਾਹਮਣੇ। ਤੇ ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਮਿਲਾਪ ਹੋਇਆ ਨਾ, ਤਾਂ ਉਹਨਾਂ ਵੀ ਸਵਾਲਾਂ ਦੀ ਵਰਖਾ ਕਰ ਦਿੱਤੀ। ਇਸੇ ਕਰਕੇ ਇਹਨੂੰ ਕਹਿੰਦੇ ਸਿੱਧ ਗੋਸ਼ਟ, ਵੀ ਉਹਨਾਂ ਦੇ ਨਾਲ ਗੋਸ਼ਟੀ ਕੀਤੀ ਗਈ। ਅੱਜ ਦੇ ਸਮੇਂ ਵਿੱਚ ਅਸੀਂ ਕਹਾਂਗੇ ਵੀ ਟੇਬਲ ਟਾਕ ਕੀਤੀ ਗਈ ਉਹਨਾਂ ਦੇ ਨਾਲ, ਸਭਾ ਬਣਾ ਕੇ ਇੱਕ ਸਿੱਧ ਵੀ ਬੈਠ ਕੇ, ਸਤਿਗੁਰੂ ਪਾਤਸ਼ਾਹ ਬੈਠ ਗਏ, ਉਹਨਾਂ ਨੇ ਸਵਾਲਾਂ ਦੀ ਭਰਮਾਰ ਕਰ ਦਿੱਤੀ। ਕਹਿੰਦੇ ਵੀ ਜੇਕਰ ਸਾਨੂੰ ਤੁਸੀਂ ਚੰਗੇ ਮਾਰਗ ਵੱਲ ਲੈ ਕੇ ਜਾਣਾ ਚਾਹੁੰਦੇ ਹੋ ਨਾ, ਇਹ ਸਾਡੇ ਸਵਾਲ ਨੇ, ਇਹਨਾਂ ਦੇ ਜਵਾਬ ਦਿਓ। ਹੁਣ ਮਾਫ਼ ਕਰਨਾ ਸਾਧ ਸੰਗਤ ਜੀ, ਸਾਡੇ ਵਰਗੇ ਕੋਈ ਛੋਟੇ ਮੋਟੇ ਸਵਾਲ ਨਹੀਂ ਸੀ। ਅੱਜ ਜੇਕਰ ਸਾਨੂੰ ਬਾਬਾ ਨਾਨਕ ਮਿਲ ਜਾਵੇ ਨਾ, ਸਾਡੇ ਸਵਾਲ ਬੜੇ ਅਜੀਬੋ ਗਰੀਬ ਹੋਣਗੇ, ਅਜੀਬ ਸਵਾਲ ਹੋਣਗੇ। ਅਸੀਂ ਤੇ ਗੱਲਾਂ ਕਰਾਂਗੇ ਧਨ ਪਦਾਰਥ ਦੀਆਂ, ਮੈਂ ਅਮੀਰ ਕਿੱਦਾਂ ਬਣ ਸਕਦਾ, ਮੈਂ ਸਦਾ ਖੁਸ਼ ਕਿੱਦਾਂ ਰਹਿ ਸਕਦਾ, ਮੇਰੇ ਘਰ ਦੇ ਵਿੱਚ ਰਹਿਮਤਾਂ ਕਿੱਦਾਂ ਬਣ ਸਕਦੀਆਂ ਨੇ, ਮੈਂ ਉੱਚ ਪਦਵੀ ਦੇ ਉੱਤੇ ਬਾਦਸ਼ਾਹ ਕਿੱਦਾਂ ਬਣ ਸਕਦਾ, ਮੈਂ ਵੱਡੇ ਅਹੁਦੇ 'ਤੇ ਕਿੱਦਾਂ ਜਾ ਸਕਦਾ। ਸਾਡੇ ਸਵਾਲ ਜਿਹੜੇ ਧਨ ਪਦਾਰਥਾਂ ਦੇ, ਮਾਇਆ ਦੇ, ਇੱਦਾਂ ਦੇ ਸਵਾਲ ਹੋਣਗੇ ਛੋਟੇ ਛੋਟੇ, ਪਰ ਉਹਨਾਂ ਦੇ ਸਵਾਲ ਜਿਹੜੇ ਸਨ ਨਾ, ਬਹੁਤ ਉੱਚ ਕੋਟੀ ਦੇ ਵਿਵੇਕਤਾ ਰੱਖਣ ਵਾਲੇ ਸਵਾਲ ਸਨ। ਉਹਨਾਂ ਸਵਾਲ ਕੀਤਾ, 72 ਸਵਾਲ ਨੇ ਇਸ ਬਾਣੀ ਦੇ ਅੰਦਰ, ਸਿੱਧ ਗੋਸ਼ਟ ਬਾਣੀ ਜਿਸ ਵੇਲੇ ਅਸੀਂ ਰਾਮਕਲੀ ਰਾਗ ਅੰਦਰ ਪੜ੍ਹਦੇ ਹਾਂ। ਉਹ ਕਹਿੰਦੇ ਵੀ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਕਹਿੰਦੇ ਵੀ ਦੁਨੀਆ ਇੱਕ ਸਾਗਰ ਦੀ ਤਰ੍ਹਾਂ ਹੈ, ਜਿਹਨੂੰ ਭਵ ਸਾਗਰ ਇੱਥੇ ਕਿਹਾ ਗਿਆ। ਦੁਨੀਆ ਸਾਗਰ ਦੁੱਤਰ ਕਹੀਏ, ਦੁੱਤਰ ਦਾ ਆਖਰੀ ਅਰਥ ਹੁੰਦਾ ਹੈ ਇੱਕ ਉਹ ਸਾਗਰ ਹੈ ਜਿਹਦੇ ਤੋਂ ਅਸੀਂ ਤਰ ਜਾਣਾ, ਤੇ ਦੁੱਤਰ ਦਾ ਆਖਰੀ ਅਰਥ ਹੁੰਦਾ ਜਿਹਨੂੰ ਤਰਿਆ ਨਾ ਜਾਵੇ, ਜਿਹਨੂੰ ਤਰ ਨਹੀਂ ਸਕਦੇ ਅਸੀਂ। ਉਹ ਕਹਿੰਦੇ ਵੀ ਸੰਸਾਰ ਇੱਕ ਦੁੱਤਰ ਸਾਗਰ ਦੀ ਤਰ੍ਹਾਂ ਹੈ, ਇਸ ਸਾਗਰ ਦੇ ਵਿੱਚੋਂ ਪਾਰ ਹੋਣਾ ਅਸੰਭਵ ਹੈ। ਪਰ ਗੁਰੂ ਨਾਨਕ, ਤੁਸੀਂ ਸਾਨੂੰ ਇਸ ਗੱਲ ਦਾ ਜਵਾਬ ਦਿਓ ਵੀ ਕਿਸ ਤਰ੍ਹਾਂ ਦੇ ਨਾਲ ਪਾਰ ਹੋ ਸਕਦੇ ਆ।
चरपट बोले ओदू नानक दे सच्चा विचारो। वो जिहड़े सिद्ध सन ना, गोरखनाथ मछंदरनाथ वड्डे वड्डे वो सिद्ध जोगी जिहड़े सन, उन्हां दे विचों एक उन्हां दा जिहड़ा ना जिन्हों असीं कहने बुलारा, बोलण वाला, जिन्हों स्पीकर कहांगे, चरपट। ये चरपट नाथ एक बुलारा उन्हां दा, सवालों की पेशकारी करने वाला। उन्हां सारियां दे कहण दे उत्ते हुण चरपट नाथ ने सवाल किया। चरपट बोले औदू नानक दे सच्चा विचारो, भी सानू इहदा सच्चा विचार इहदा उत्तर दे। औदू नानक का आखिरी अर्थ हुंदा, औदू का अर्थ असीं करदे हां भी जिस मनुख ने विकारां तो बंद खलासी कर ली होवे, जिहड़ा मनुख विकारां तो मुक्त हो चुकिया होवे, जिन्हें विकार लांभे रख दिते होण लागे। इस करके वो कहते भी औदू नानक, भी तू निर्लेप हो चुकिया, सानू भी रस्ता दस। हुण पातशाह देखो बड़ा ना सखाला जिहा जवाब बड़े सुंदर तरीके नाल मेरे सतगुरु पातशाह दिंदे। कहते जेकर तुसीं सवाल कर ही लिया ना तो जवाब भी सुनो। पातशाह कहते जैसे जल में कमल निरालम मुरगाई निशान। कहते तुसीं एक गल दसो मैनू भी कदे पानी दे विच चिक्कड़ दे विच तुसीं कमल दा फुल खिड़िया देखिया? कहते हाँ जी देखिया असीं। पातशाह कहते वो गंदगी दे विच उस चिक्कड़ दे विच खिड़दा है, पर उस चिक्कड़ तो उस पानी के प्रभाव तो वो सदा निर्लेप रहता है, कदे अपने आप को वो चिक्कड़ लगन नहीं दिंदा, कदे पानी में अपने आप को डुबन नहीं दिंदा, निर्लेप रहता है। पातशाह कहते जैसे जल में कमल निरालम मुरगाई निशान है। मुरगाई एक पानी के विच रहन वाला एक जंगली पंछी है, जंगली मुर्गा इनू कहा जाता है। ये अक्सर तुसीं देखिया होवेगा, काले रंग का यह पंछी आसमान के विचों आउंदा ते पानी दे विच ना डुबकी मारदा है, अंदरों पानी दे विचों ये मच्छी फड़ के फिर बाहर आ जाता तो उड़ जाता आसमान विच। हुण किन्ने जानवर पंछी इदां दे ने जेकर बारिश होंदी है मीह पैंदा उन्हां दे खंभ भिज जाते तो वो उड़ नहीं सकते, पर यह मुरगाई पंछी जिहड़ा इहदी विलक्षणता यह है, ये पानी दे विच डुबकी मारदा, पानी विचों शिकार कढ के लिआउंदा, फिर भी पानी दे विच गिला नहीं हुंदा, पानी दे नाल इहदे खंभ नहीं भिजदे, पानी का इहदे उत्ते असर कोई नहीं, क्योंकि उहदी बनावट इदां दी है। पातशाह कहते जिद्दां वो मुरगाई पंछी ना पानी दे विच डुबकी ला के पानी विच रहिंदा, पानी विच तरदा ते पानी तो निर्लेप रहंदा, अपने आप को सुक्का रखदा पानी तो, कमल किचड़ दे विच रह के किचड़ दे प्रभाव तो निर्लेप रहंदा। पातशाह कहते ऐदां रहना संसार दे विच है, संसार दी माया तो निर्लेप रहना, अपने आप को विकारां तो मुक्त करके रखना। जिन्हों पातशाह कहते अंजन माहे निरंजन रही है, अंजन माहे निरंजन रही है। संसार की जिहड़ी सुरमे रंगी जिहड़ी मैल है ना, कालक जिहड़ी है, निरंजन उहदे विच रहना है, अपने आप को निर्लेप करके। ते पातशाह इत्थे कहते जैसे जल में कमल निरालम मुरगाई निशान, शब्द सुरत पव सागर तरिए नानक नाम बखाना। इस तरह के नाल परमात्मा दे उहदी बाणी दे शब्द रूपी ज्ञान दे नाल, ते पातशाह कहते उस शब्द दे नाल शब्द सुरत, शब्द की सुरत ला के शब्द दे विच अपना ध्यान बना के कंसनट्रेट करके, शब्द दे विच कंसनट्रेट करके, शब्द दे विच अपना ध्यान ला के बिरतियां एकाग्र करके, पातशाह कहते शब्द सुरत पव सागर तरिए नानक नाम बखाना। इस तरह के मैं शब्द के नाल दुनिया जी तर जाता है। इत्थे पातशाह जी ने संसार तरन का उपदेश सानू दसिया। ये सवाल माफ़ करना साध संगत जी, साडे सारिਆਂ ਦੇ भी सवाल ने भी किदां असीं मुक्त हो सकते हैं, किदां असीं संसार तो पार उतारा कर सकते हैं। तो इत्थे भी इहो सवाल किया गया सी भी संसार दे विचों भव सागर जिहड़ा संसार है किदां इहदे तो बंद खलासी हो सकती, तर सकते हैं। कल मैं एक नाम कृपा निध जाहे जपै गत पावैं। कल मैं, कल का आखिरी अर्थ है भयानक समा, अज का समा जिहड़ा चल रहा भयानक समा।
ਇੱਥੇ ਕਹਿੰਦੇ ਵੀ ਭਿਆਨਕ ਸਮੇਂ ਦੇ ਵਿੱਚ, ਕੱਲ ਦੇ ਸਮੇਂ ਦੇ ਵਿੱਚ ਏਕ ਨਾਮ ਕਿਰਪਾ ਨਿਧ। ਕਿਰਪਾ ਨਿਧ, ਕਿਰਪਾ ਦਾ ਉਹ ਖਜ਼ਾਨਾ, ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਕਿਰਪਾ ਦਾ ਖਜ਼ਾਨਾ, ਬਖਸ਼ਿਸ਼ਾਂ ਦਾ ਖਜ਼ਾਨਾ ਉਹਦਾ ਨਾਮ ਹੈ। ਉਹਦੀ ਮਿਹਰ ਦਾ ਖਜ਼ਾਨਾ, ਉਹਦੀ ਦਇਆ ਦਾ ਖਜ਼ਾਨਾ। ਦਇਆ ਦਾ ਖਜ਼ਾਨਾ ਇੱਥੇ ਅਸੀਂ ਅਰਥ ਕਰਾਂਗੇ ਵੀ ਦਇਆ ਦੇ ਖਜ਼ਾਨੇ ਰੂਪੀ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਜਾਹੇ ਜਪੈ ਗਤ ਪਾਵੈ। ਕਿਰਪਾ ਨਿਧ ਜਾਹੇ ਜਪੈ ਗਤ ਪਾਵੈ। ਜਿਹਨੂੰ ਜਪਣ ਦੇ ਨਾਲ ਅਸੀਂ ਗਤ ਪਾ ਸਕਦੇ ਹਾਂ, ਸਾਡੀ ਬੰਦ ਖਲਾਸੀ ਹੋ ਸਕਦੀ, ਅਸੀਂ ਮੁਕਤ ਹੋ ਸਕਦੇ ਹਾਂ। ਉੱਥੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਵੀ ਸ਼ਬਦ ਸੁਰਤ, ਇੱਥੇ ਪਾਤਸ਼ਾਹ ਜੀ ਨੇ ਕਿਹਾ ਕਿਰਪਾ ਨਿਧ। ਪਰਮਾਤਮਾ ਦਾ ਕਿਰਪਾ ਰੂਪੀ ਜਿਹੜਾ ਨਾਮ ਰੂਪੀ ਖਜ਼ਾਨਾ ਹੈ, ਉਹਨੂੰ ਜਪਣ ਦੇ ਨਾਲ ਦੋਨਾਂ ਦੇ ਜਿਹੜੇ ਭਾਵ ਨੇ ਉਹ ਦੋਨਾਂ ਦੇ ਇੱਕੋ ਹੀ ਨੇ, ਸੇਮ ਬਰਾਬਰ ਨੇ। ਇੱਥੇ ਅੱਗੇ ਫਿਰ ਕਰਦੇ ਕਹਿੰਦੇ ਵੀ ਔਰ ਧਰਮ ਤਾਕੈ ਸਮ ਨਾਹਨ ਇਹ ਬਿਦ ਬੇਦ ਬਤਾਵੈ। ਕਹਿੰਦੇ ਹੋਰ ਧਰਮ, ਹੋਰ ਬਹੁਤ ਸਾਰੇ ਜਿਹੜੇ ਸੰਸਾਰ ਦੇ ਵਿੱਚ, ਧਰਮ ਦਾ ਆਖਰੀ ਅਰਥ ਹੈ ਕਰਮ। ਸੰਸਾਰ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਕਰਮ ਨੇ, ਔਰ ਧਰਮ ਤਾਕੈ ਸਮ ਨਾਹਨ। ਸੰਸਾਰ ਦੇ ਇੱਦਾਂ ਦੇ ਜਿਹੜੇ ਕਰਮ ਨੇ ਨਾ, ਇਹ ਉਹਦੇ ਬਰਾਬਰ ਨਹੀਂ ਹੈਗੇ। ਇਹ ਵਿਦ ਬੇਦ ਬਤਾਵੇ। ਧਾਰਮਿਕ ਪੁਸਤਕਾਂ ਪੜ੍ਹ ਕੇ ਮੈਨੂੰ ਇਹ ਗਿਆਨ ਹਾਸਲ ਹੁੰਦਾ ਹੈ ਵੀ ਸੰਸਾਰ ਦਾ ਕੋਈ ਵੀ ਧਰਮ ਉਹਦੇ ਬਰਾਬਰ ਨਹੀਂ ਹੈਗਾ। ਅੱਗੇ ਫਿਰ ਪਾਤਸ਼ਾਹ ਕਹਿੰਦੇ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾਂ ਕੋ ਕਹਿਤ ਗੁਸਾਈ। ਗੁਸਾਈ ਕਹਿੰਦੇ ਨੇ ਧਰਤੀ ਦਾ ਮਾਲਕ ਸਾਈਂ, ਧਰਤੀ ਦਾ ਮਾਲਕ ਉਹ ਗੁਸਾਈ ਪਰਮਾਤਮਾ। ਕਹਿੰਦੇ ਵੀ ਕਿੰਨੀ ਵਿਲੱਖਣਤਾ ਦੀ ਗੱਲ ਹੈ ਵੀ ਜਿਹੜਾ ਪਰਮਾਤਮਾ ਦਾ ਕਿਰਪਾ ਨਿਧ ਦਾ ਉਹ ਜਿਹੜਾ ਖਜ਼ਾਨਾ ਹੈ ਨਾ, ਸੱਚੇ ਨਾਮ ਵਾਲਾ ਪਰਮਾਤਮਾ, ਉਹ ਸੁੱਖ ਤੇ ਦੁੱਖ ਤੋਂ ਸਦਾ ਨਿਰਲੇਪ ਰਹਿੰਦਾ ਹੈ। ਕਦੇ ਕਿਸੇ ਨੇ ਦੇਖਿਆ ਵੀ ਪਰਮਾਤਮਾ ਵੀ ਦੁਖੀ ਹੁੰਦਾ ਹੋਵੇ? ਕਦੇ ਪਰਮਾਤਮਾ ਨੂੰ ਸੁਖੀ ਨਹੀਂ ਦੇਖਿਆ, ਕਦੇ ਪਰਮਾਤਮਾ ਨੂੰ ਦੁਖੀ ਨਹੀਂ ਦੇਖਿਆ। ਕਦੇ ਪਰਮਾਤਮਾ ਨੂੰ ਅਸੀਂ ਵੈਰ ਭਾਵਨਾ ਦੇ ਵਿੱਚ ਨਹੀਂ ਦੇਖਿਆ, ਕਦੇ ਪਰਮਾਤਮਾ ਨੂੰ ਕ੍ਰੋਧਿਤ ਹੁੰਦਿਆਂ ਨਹੀਂ ਦੇਖਿਆ। ਕਿਉਂਕਿ ਜਿਹੜੇ ਮੂਲ ਮੰਤਰ ਵਿੱਚ ਅਸੀਂ ਗੁਣ ਪੜ੍ਹਦੇ ਹਾਂ ਨਾ, ਨਿਰਭਉ ਨਿਰਵੈਰ, ਪਰਮਾਤਮਾ ਇਹਨਾਂ ਚੀਜ਼ਾਂ ਤੋਂ ਮੁਕਤ ਹੈ, ਮੁਕਤ ਹੈ ਪਰਮਾਤਮਾ। ਉਹ ਦੁਖੀ ਸੁਖੀ ਕਦੇ ਨਹੀਂ ਹੁੰਦਾ, ਕਿਉਂਕਿ ਨਾ ਉਹ ਜੰਮਦਾ ਹੈ, ਨਾ ਉਹ ਕਦੇ ਮਰਦਾ ਹੈ। ਉਹ ਜੰਮਦਾ ਮਰਦਾ ਵੀ ਨਹੀਂ, ਕਿਉਂਕਿ ਉਹ ਕੌਣ ਹੈ? ਉਹ ਅਬਨਾਸੀ ਹੈ, ਕਦੇ ਨਾਸ਼ ਨਾ ਹੋਣ ਵਾਲਾ, ਕਦੇ ਜਨਮ ਨਾ ਲੈਣ ਵਾਲਾ। ਤੇ ਪਾਤਸ਼ਾਹ ਇੱਥੇ ਗੱਲ ਕਰਦੇ ਨੇ, ਕਹਿੰਦੇ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ। ਉਹ ਗੁਸਾਈ ਪਰਮਾਤਮਾ ਜਿਹੜਾ ਹੈ ਸੁਖ ਦੁੱਖ ਤੋਂ ਨਿਰਲੇਪ ਹੈ। ਇੱਕ ਥਾਂ ਤੇ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਆ, ਕਹਿੰਦੇ ਮਲੈ ਨਾ ਲਾਛੈ ਪਰ ਮਲੋ, ਪਰਮ ਲਿਓ ਬੈਠੋ ਰੀ ਆਈ। ਕਹਿੰਦੇ ਮਲੈ ਨਾ ਲਾਛੈ ਪਰ ਮਲੋ। ਮਲੈ ਦਾ ਆਖਰੀ ਅਰਥ ਹੈ ਮੈਲ, ਲੱਛੇ ਦਾ ਮਤਲਬ ਲਾਂਛਨ, ਦਾਗ। ਪਾਰ ਮਲੋ ਮੈਲ ਤੋਂ ਪਰੇ। ਪਰਮਾਤਮਾ ਦੇ ਉੱਤੇ ਕਦੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਿਆ। ਤੇ ਕਹਾਵਤਾਂ ਤੇ ਵੀ ਸੁਣੀਆਂ ਹੋਣਗੀਆਂ, ਕਹਿੰਦੇ ਵੀ ਚੰਦ ਨੂੰ ਵੀ ਦਾਗ ਲੱਗਿਆ ਹੋਇਆ, ਚੰਦ ਵੀ ਸਾਫ਼ ਨਹੀਂ, ਸੁੰਦਰ ਨਹੀਂ, ਉਹਨੂੰ ਵੀ ਦਾਗ ਲੱਗਿਆ ਹੋਇਆ। ਤੇ ਇੱਥੇ ਪਾਤਸ਼ਾਹ ਕਹਿੰਦੇ ਨੇ ਵੀ ਪਰਮਾਤਮਾ ਜਿਹੜਾ ਹੈ, ਭਗਤ ਨਾਮਦੇਵ ਜੀ ਕਹਿੰਦੇ ਉਹਦੇ ਗੁਣ ਕੀ ਗਾਵਾਂ ਮੈਂ ਪਰਮਾਤਮਾ ਦੇ। ਪਰਮਾਤਮਾ ਨਿਰਲੇਪ ਹੈ, ਉਹਨੂੰ ਕਿਸੇ ਤਰ੍ਹਾਂ ਦਾ ਮੈਲ ਰੂਪੀ ਦਾਗ ਨਹੀਂ ਲੱਗਿਆ। ਪਾਰ ਮਲੋ ਬੈਠੋ ਰੀ ਆਈ। ਕਹਿੰਦੇ ਵੀ ਉਹਦੇ ਪਰਮਾਤਮਾ ਦੇ ਕੋਲੋਂ ਪਾਰ ਮਲੋ ਬੈਠੋ ਰੀ ਆਈ, ਉਹਦੇ ਕੋਲੋਂ ਸੁਗੰਧੀਆਂ ਦੀ ਮਹਿਕ ਆਉਂਦੀ ਹੈ। ਉਹ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਗੁਲਾਬ ਦੇ ਫੁੱਲ ਦੀਆਂ ਪੰਖੜੀਆਂ ਦੇ ਵਾਂਗ ਉਹ ਸੁਗੰਧਿਤ ਹੋ ਕੇ ਆਣ ਬੈਠਾ ਹੋਇਆ ਹੈ। ਜਾਬਤ ਕਿਨੇ ਨਾ ਪੇਖਿਓ ਕਵਨੈ ਜਾਣੈ ਰੀ ਬਾਈ। ਕਹਿੰਦੇ ਆਵਤ ਕਿਨੇ ਨਾ ਪੇਖਿਓ, ਪਰਮਾਤਮਾ ਨੂੰ ਕਦੇ ਕਿਸੇ ਨੇ ਆਉਂਦਿਆਂ ਜਾਂ ਜਾਂਦਿਆਂ ਨਹੀਂ ਵੇਖਿਆ। ਹੇ ਭੈਣੇ, ਪਰਮਾਤਮਾ ਨੂੰ ਕਦੇ ਕਿਸੇ ਨੇ ਜੰਮਦਿਆਂ ਜਾਂ ਮਰਦਿਆਂ ਨਹੀਂ ਦੇਖਿਆ, ਕਦੇ ਸੁਣਿਆ ਨਹੀਂ ਪਰਮਾਤਮਾ ਜੰਮਦਾ ਤੇ ਮਰਦਾ ਹੋਵੇ।
सतगुरु मेरा सदा सदा ना आवे ना जाए, वो अविनाशी पुरख है सब में रहा समाए। ये जे पातशाह गल करते ने, कहते भी ओ सुख दुख रहत सदा निर्लिपी, जाको कहत गुसाई, सो तुम ही महे बसे निरंतर, नानक दर्पण न्याई। परमात्मा जड़ा ना सो तुम ही माहे बसे निरंतर, वो कहते साडे हिरदे दे विच वो निरंतर एक रस होके बसिया होया है। जिहड़ी पातशाह ने उपर गल की ना फुल्लां दी तरह, वो दर्पण दी तरह, दर्पण कहते ने सीसे नूं। जिस वेले असीं सीसा देखते हैं ना, साडा प्रतिबिंब उहदे विच नज़र आउंदा है भी जिस तरह असीं सीसे दे विच ही समाए होईए। तो पातशाह गुरु तेग बहादुर पातशाह अपनी बाणी में एक थां ते जिक्र करते, पातशाह कहते पूहब मद जो बास बस्त है, मुकर में जैसे छाई। कहते परमात्मा किद्दां करके वसिया होया है। हुण माफ़ करना साध संगत जी, सवाल बड़ियां दे होणगे भी परमात्मा कहते जर्रे जर्रे दे विच कण कण दे विच वसिया होया है। सब है घट राम बोले, रामा बोले, राम बिना को बोले रे। सब में जोत जोत है सोए, तसदा चानण सब में चानण होए। हर थां दे उत्ते परमात्मा वसिया, नज़र क्यों नहीं आता? इत्थे पातशाह जवाब दिंदे ने, साडे सवालों दे जवाब दिंदे ने। पातशाह कहते पूहब मत जो बांस बस्त है, कहते फुल दे अंदर सुगंधी वसी हुई है पर नज़र ते नहीं आती। जेकर सुंग फुल नूं फड़ के सूंघांगे, उहदी सुगंधी लवांगे तो फिर वो महकेगा। सुगंधी सानू आवेगी, दिखती नहीं सानू। कहते जिस तरह के नाल फुल्लां दियां पत्तियां विच सुगंधी वसी हुई है, मुकर माहे जैसे छाई, जिस तरह के नाल सीसे दे विच साडा प्रतिबिंब बनया होया है, साडा परछावां उहदे विच नज़र आउंदा है। जेकर फड़न का यतन करिए तो फड़िया नहीं जाता, पर है उहदे अंदर। इस तरह के नाल पूहब मद जो बांस बस्त है, मुकर माहे जैसे छाई, तैसे ही हर बसै निरंतर, घट ही खोजो पाई। परमात्मा साडे हिरदे विच वसदा है, सिर्फ गल की है इनू खोजना पवेगा। इनू खोजांगे तो परमात्मा सानू प्रतख नज़र आवेगा। सो तुम ही माहे बसे निरंतर, नानक दर्पण न्याई। कहते जिद्दां दर्पण दे विच जिहड़ा है साडा प्रतिबिंब नज़र आउंदा है, इस तरह परमात्मा साडे हिरदे दे विच वसिया होया है। सो गुरुदेव सतगुरु सानू ये समझाउण दा यतन करदे ने, प्यारिओ भी परमात्मा नूं ना अपने अंदर असीं लभण दा यतन करिए, उहनूं खोजीए। ते इहदी शुरुआत किद्दां होवेगी? बिन गुण कीते भगत ना होए। जेकर भगती करनी तो बंदगी करनी है ना, तो साध संगत जी अपने अंदर गुण पैदा करो। रोज़ाना हाथ जोड़ के झोलियां अड्ड के परमात्मा अगे बेनती करिए, सतगुरु पातशाह सानू दान दिओ, बख्शिश करो साडे उत्ते। जिथे असीं पढ़दे हां सिखां नूं सिੱਖੀ दान, नाम दान, रहत दान, केस दान, विवेक दान, जिथे असीं ये गल्लां पढ़दे हां, इदां दा दान मंगिया करिए पातशाह कोलों। पातशाह जी गुणां दा भंडारा सानू बख्शिश करो, सानू सत संतोख दया धर्म ते धीरज इहदी दात बख्शिश करो पातशाह जी। जेकर घर दे विच थोड़ा भी होवे ना, पदार्थ मुक भी जाण ते सतगुरु पातशाह की करिए उदों? पातशाह जी उदों संतोखी बन जाइए, साडा संतोख होवे पल्ले, संतोखी बनन दी सानू दात बख्शिश करो। साडे कोले दया होवे, इदां दियां दातां असीं मंगिया करिए। जेकर गुण पैदा हो जाणगे तो साध संगत जी साडे अंदर परमात्मा भी प्रकाशमान हो जाएगा। इन्हियां को बेनतियां प्रवान करनियां दिओ असीस। वाहिगुरू जी का खालसा, वाहिगुरू जी की फतेह। एक ओंकार सतगुर प्रसाद।